ਅੱਜ ਦਾ ਜਿਹੜਾ ਮੁੱਦਾ ਸੀਗਾ ਭਗਤ ਸਿੰਘ ਹੋਰਾਂ ਦਾ ਕਿ ਉਹਨਾਂ ਨੂੰ ਅੱਤਵਾਦੀ ਬੋਲਿਆ ਗਿਆ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲਿਆ, ਤੇ ਇਹ ਮੁੱਦਾ ਮੈਂ ਬਹੁਤ ਇਹਦੇ ਉੱਤੇ ਸੁਣਿਆ, ਬਹੁਤ ਪੜ੍ਹਿਆ ਇਸ ਨੂੰ। ਹੋਰ ਹਾਲਾਂਕਿ ਮੈਂ ਕੈਨੇਡਾ ਦੇ ਸਾਰੇ ਜਿੱਥੇ ਵੀ ਮੈਂ ਬੋਲਿਆ ਉੱਥੇ ਸਭ ਜਗ੍ਹਾ ਤੇ ਬੋਲ ਕੇ ਆਇਆ, ਤਕਰੀਬਨ ਹਰ ਜਗ੍ਹਾ ਤੇ ਬੋਲ ਕੇ ਆਇਆ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ, ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ। ਤੇ ਹੁਣੇ ਸੰਗਰੂਰ ਦੇ ਇਲੈਕਸ਼ਨਾਂ ਵਿੱਚ ਵੀ ਜਿੱਥੇ ਵੀ ਮੈਂ ਬੋਲ ਰਿਹਾ ਸੀਗਾ ਉੱਥੇ ਵੀ ਤਕਰੀਬਨ ਸਾਰੀ ਜਗ੍ਹਾ ਤੇ ਇਹ ਵਾਲੀ ਗੱਲ ਬੋਲ ਰਿਹਾ ਸੀਗਾ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ, ਪੰਜਾਬ ਦਾ ਹੀਰੋ ਨਹੀਂ ਹੈਗਾ। ਇਹ ਕਿਉਂ ਬੋਲਿਆ? ਅੱਜ ਕੱਲ੍ਹ ਜੋ ਕੁਛ ਇਹ ਚੱਲਦਾ ਪਿਆ, ਇਸ ਦੇ ਲਈ ਪਹਿਲਾਂ ਤਾਂ ਭਗਤ ਸਿੰਘ ਦਾ ਜਿਹੜਾ ਪਿਛੋਕੜ ਆ ਉਸ ਦੇ ਉੱਤੇ ਗੱਲ ਕਰ ਲਈਏ। ਭਗਤ ਸਿੰਘ ਦੇ ਦਾਦਾ ਜੀ ਜਿਹੜੇ ਸੀਗੇ ਮਹਾਸ਼ਾ ਅਰਜਨ ਸਿੰਘ ਉਹਨਾਂ ਦਾ ਨਾਮ ਸੀਗਾ। ਮਹਾਸ਼ਾ ਇਸ ਲਈ ਕਿਉਂਕਿ ਕੱਟੜ ਆਰਿਆ ਸਮਾਜੀ ਸੀਗੇ। ਵੈਸੇ ਉਹਨਾਂ ਨੇ ਪਹਿਲਾਂ ਅੰਮ੍ਰਿਤ ਵੀ ਛਕਿਆ ਸੀਗਾ ਇੱਕ ਵਾਰੀ, ਤੇ ਫਿਰ ਬਾਅਦ ਚੋਂ ਜਨੇਊ ਪਾ ਲਿਆ ਸੀ। ਉਹ ਕੱਟੜ ਆਰਿਆ ਸਮਾਜੀ ਸੀਗੇ, ਐਂਟੀ ਸਿੱਖ ਸੀਗੇ। ਗੁਰੂ ਗ੍ਰੰਥ ਸਾਹਿਬ ਬਾਰੇ, ਗੁਰਬਾਣੀ ਬਾਰੇ, ਗੁਰੂ ਗੋਬਿੰਦ ਸਿੰਘ ਬਾਰੇ ਇਹਨਾਂ ਨੇ ਬਹੁਤ ਗਲਤ ਵੀ ਬੋਲਿਆ ਹੋਇਆ, ਕਿਤਾਬਾਂ ਵੀ ਇਹਨਾਂ ਨੇ ਲਿਖੀਆਂ, ਇਹ ਸਭ ਕੀਤਾ। ਤੇ ਇਹਨਾਂ ਦੇ ਬੱਚੇ ਅੱਗੇ ਜਿਹੜੇ ਸੀਗੇ, ਫਿਰ ਉਹਨਾਂ ਦਾ ਪੋਤਾ ਜੋ ਭਗਤ ਸਿੰਘ, ਇਹ ਵੀ ਸਾਰੇ ਕੱਟੜ ਆਰਿਆ ਸਮਾਜੀ ਸੀਗੇ। ਪੰਜਾਬ ਨਾਲ, ਸਿੱਖੀ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ। ਤੇ ਇਹ ਸਾਰਾ ਇਹਨਾਂ ਦਾ ਪਿਛੋਕੜ ਸੀਗਾ। ਤੇ ਲਾਲਾ ਲਾਜਪਤ ਰਾਏ ਜੋ ਆਰਿਆ ਸਮਾਜ ਦੇ ਸਮਾਜ ਦੇ ਚੀਫ ਸੀਗੇ, ਕਹਿ ਲਓ ਤੁਸੀਂ, ਪੰਜਾਬ ਉਸ ਵੇਲੇ ਬਹੁਤ ਵੱਡਾ ਹੁੰਦਾ ਸੀਗਾ। ਲਾਹੌਰ ਦਿੱਲੀ ਦੇ ਬਾਰਡਰ ਤੱਕ ਇਹ ਪੰਜਾਬ ਸੀਗਾ, ਇਹ ਸਾਰਾ। ਇਸ ਦੇ ਉਹ ਹੈੱਡ ਸੀਗੇ ਲਾਲਾ ਲਾਜਪਤ ਰਾਏ। ਤੇ ਸਾਈਮਨ ਕਮਿਸ਼ਨ ਜਦੋਂ ਆਇਆ, ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਹਾਲਾਂਕਿ ਸਾਈਮਨ ਕਮਿਸ਼ਨ ਵੀ ਅਗਰ ਹਿੰਦੁਸਤਾਨ ਦੇ ਅੰਦਰ ਜਾਂ ਫਿਲਮਾਂ ਦੇ ਰਾਹੀਂ ਇਹ ਦੱਸਿਆ ਗਿਆ ਕਿ ਇਹ ਬਹੁਤ ਮਾੜੀ ਚੀਜ਼ ਸੀਗੀ, ਲੇਕਿਨ ਇਹ ਦਲਿਤਾਂ ਵਾਸਤੇ ਬਹੁਤ ਅੱਛਾ ਸੀਗਾ, ਪਿਛੜੇ ਲੋਕਾਂ ਵਾਸਤੇ ਬਹੁਤ ਵਧੀਆ ਸੀਗਾ, ਜਿਹੜੇ ਲੋਕ ਪਿੱਛੇ ਹੈਗੇ ਆ ਉਹਨਾਂ ਵਾਸਤੇ ਬਹੁਤ ਵਧੀਆ ਸੀਗਾ। ਇੱਕ ਪੰਜਾਬ ਦੇ ਜਦੋਂ ਪੰਜਾਬ ਇਕੱਠਾ ਹੁੰਦਾ ਸੀਗਾ ਤਾਂ ਇੱਕ ਬਹੁਤ ਮਹਾਨ ਲੀਡਰ ਹੋਏ ਨੇ, ਸਰ ਛੋਟੂ ਰਾਮ ਉਹਨਾਂ ਦਾ ਨਾਮ ਸੀਗਾ। ਤੇ ਉਹ ਜਿਹੜੇ ਸਰ ਛੋਟੂ ਰਾਮ ਸੀਗੇ, ਉਹ ਇਸ ਦੀ ਹਮਾਇਤ ਕਰਦੇ ਸੀਗੇ ਕਿ ਇਹ ਸਾਈਮਨ ਕਮਿਸ਼ਨ ਲਾਂਚ ਹੋਣਾ ਚਾਹੀਦਾ, ਇਸ ਦੀ ਤਾਰੀਫ ਕਰਦੇ ਸੀਗੇ। ਲੇਕਿਨ ਲਾਲਾ ਜੀ ਇਸ ਦੇ ਅਪੋਜ਼ ਕਰ ਰਹੇ ਸੀਗੇ ਤੇ ਇਸ ਸਾਈਮਨ ਕਮਿਸ਼ਨ ਦੇ ਖਿਲਾਫ ਇੱਕ ਪ੍ਰੋਟੈਸਟ ਹੋਇਆ। ਉਸ ਪ੍ਰੋਟੈਸਟ ਦੇ ਵਿੱਚ ਕੁਝ ਲਾਠੀਚਾਰਜ ਹੋਇਆ, ਜਿਸ ਤਰ੍ਹਾਂ ਦੱਸਿਆ ਜਾਂਦਾ। ਕਿਤਾਬਾਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੜ੍ਹਨ ਨੂੰ ਮਿਲਦੀਆਂ ਕਿ ਉਹਦੇ ਵਿੱਚ ਕੁਝ ਲਾਠੀਆਂ ਲਾਲਾ ਜੀ ਨੂੰ ਵੀ ਲੱਗੀਆਂ, ਲੇਕਿਨ ਲਾਲਾ ਜੀ ਠੀਕ ਸੀਗੇ। ਉਸ ਦੇ ਬਾਅਦ ਉਹ ਬਹੁਤ ਸਾਰੀਆਂ ਉਹਨਾਂ ਨੇ ਸਭਾਵਾਂ ਵੀ ਕੀਤੀਆਂ, ਔਰ ਉਸ ਦੇ ਕਰੀਬ 2 ਹਫ਼ਤੇ ਤੋਂ ਜ਼ਿਆਦਾ ਟਾਈਮ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਹੋਇਆ, ਔਰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋਈ। ਦੁਨੀਆ ਦੇ ਕਈ ਸਾਰੇ ਨਿਊਜ਼ਪੇਪਰ ਦੇ ਵਿੱਚ ਉਸ ਸਮੇਂ ਦੇ, ਮੈਂ ਨੀਚੇ ਕਮੈਂਟ ਵਿੱਚ ਉਹ ਫੋਟੋਆਂ ਵੀ ਐਡ ਕਰ ਦਿਆਂਗਾ, ਉਸ ਸਮੇਂ ਦੀ ਬਹੁਤ ਸਾਰੀ ਨਿਊਜ਼ਪੇਪਰਸ ਵਗੈਰਾ ਵਿੱਚ ਤੁਸੀਂ ਵੇਖ ਵੀ ਲਈਆਂ ਹੋਣੀਆਂ ਵੈਸੇ, ਕਿ ਉਹ ਹਾਰਟ ਅਟੈਕ ਦੇ ਨਾਲ ਲਾਲਾ ਜੀ ਦੀ ਮੌਤ ਹੋਈ। ਤੇ ਲੇਕਿਨ ਭਗਤ ਸਿੰਘ ਉਹਨਾਂ ਨੂੰ ਆਪਣਾ ਆਈਡੀਅਲ ਮੰਨਦਾ ਸੀਗਾ। ਤੇ ਭਗਤ ਸਿੰਘ ਨੇ ਕਿਹਾ ਕਿ ਜਿਵੇਂ ਕਸਮ ਖਾਨਾ, ਜਿੱਦਾਂ ਫਿਲਮਾਂ 'ਚ ਦਿਖਾਇਆ ਜਾਂਦਾ, ਮੋਮਬੱਤੀ ਬਾਲ ਕੇ ਕਿ ਹਮਕੋ ਤੇਰੀ ਕਸਮ ਇਹ ਉਹ, ਤੇ ਉਹ ਕਸਮ ਖਾਧੀ ਗਈ ਕਿ ਅਸੀਂ ਸਕਾਟ ਨੂੰ ਮਾਰਾਂਗੇ। ਤੇ ਸਕਾਟ ਨੂੰ ਮਾਰਨ ਦੇ ਲਈ ਚੰਦਰ ਸ਼ੇਖਰ ਆਜ਼ਾਦ ਜਿਹੜੇ ਯੂਪੀ ਤੋਂ, ਉਹ ਵੀ ਲਾਹੌਰ ਆਏ, ਉਹਨਾਂ ਕੋਲ ਰਿਵਾਲਵਰ ਸੀਗੀ। ਤੇ ਉਸ ਦੇ ਨਾਲ ਉਹਨਾਂ ਨੇ ਜਦੋਂ ਦਿਨ ਮੁਕਰਰ ਹੋਇਆ, ਉਸ ਦਿਨ ਭਗਤ ਸਿੰਘ ਨੇ ਪਛਾਣਨਾ ਸੀ, ਭਗਤ ਸਿੰਘ ਨੇ ਗਲਤ ਪਛਾਣ ਲਿਆ, ਜਾਂ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਇਹ ਸਾਂਡਰਸ ਹੈਗਾ, ਇਹ ਸਕਾਟ ਨਹੀਂ ਹੈਗਾ, ਲੇਕਿਨ ਇਸ ਲਈ ਮਾਰ ਦਿੱਤਾ ਕਿ ਚਲੋ ਇਹ ਵੀ ਤੇ ਗੋਰਾ ਹੀ ਹੈ, ਜਦ ਕਿ ਇਹ ਲੌਜਿਕ ਵੀ ਬਹੁਤ ਗਲਤ ਲੌਜਿਕ ਹੈ। ਅਗਰ ਇਹ ਲੌਜਿਕ ਸਹੀ ਹੈ ਕਿ ਚਲੋ ਇਹਨੂੰ ਮਾਰ ਦਿਓ ਕਿਉਂਕਿ ਇਹ ਵੀ ਤੇ ਗੋਰਾ ਹੀ ਹੈ, ਫਿਰ ਤਾਂ ਦਿੱਲੀ ਦਾ ਕਤਲੇਆਮ ਜਿਹੜਾ 84 'ਚ ਹੋਇਆ ਉਹ ਵੀ ਜਾਇਜ਼ ਹੈ ਕਿ ਵੀ ਇਹ ਵੀ ਮਾਰ ਦਿਓ ਕਿਉਂਕਿ ਇਹ ਵੀ ਸਿੱਖ ਹੈ। ਇਹ ਲੌਜਿਕ ਗਲਤ ਸੀਗਾ। ਸਾਂਡਰਸ ਨੂੰ ਮਾਰ ਦਿੱਤਾ ਗਿਆ। ਤੇ ਉੱਥੇ ਇੱਕ ਹਵਲਦਾਰ ਜਿਸ ਨੇ ਭਗਤ ਸਿੰਘ ਹੋਰਾਂ ਨੂੰ ਪਛਾਣ ਲਿਆ ਸੀ, ਇਸ ਲਈ ਉਸ ਹਵਲਦਾਰ ਚੰਨਣ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ ਗਈ। ਤੇ ਇਹ 2 ਜਣਿਆਂ ਨੂੰ ਮਾਰ ਦਿੱਤਾ। ਉਸ ਦੇ ਬਾਅਦ ਇਹਨਾਂ ਨੇ ਕੁਝ ਸਮੇਂ ਬਾਅਦ ਜਦੋਂ ਭੱਜ ਗਏ, ਫਿਰ ਅਸੈਂਬਲੀ 'ਚ ਬੰਬ ਸੁੱਟਿਆ ਗਿਆ। ਚੰਦਰ ਸ਼ੇਖਰ ਸਾਹਿਬ ਨੇ ਬਾਰ-ਬਾਰ ਬੋਲਿਆ ਸੀਗਾ ਕਿ ਸਿਰਫ ਆਪਾਂ ਬੰਬ ਸੁੱਟਣਾ ਹੈ, ਲੇਕਿਨ ਉੱਥੋਂ ਨਿਕਲ ਜਾਣਾ, ਪਰ ਉਹਦੀ ਗੱਲ ਨਹੀਂ ਮੰਨੀ ਗਈ। ਇਹ ਆਪਾਂ ਡਿਟੇਲ 'ਚ ਫਿਰ ਕਿਸੇ ਦਿਨ ਜਾਵਾਂਗੇ। ਤੇ ਭਗਤ ਸਿੰਘ ਹੋਰੀ ਉਦੋਂ ਉੱਥੇ ਗ੍ਰਿਫਤਾਰ ਹੁੰਦੇ ਨੇ, ਔਰ ਉਸ ਦੇ ਬਾਅਦ ਜੋ ਕੁਝ ਹੁੰਦਾ ਉਹ ਸਾਰਾ ਕੁਝ ਤੁਹਾਨੂੰ ਪਤਾ। ਤੇ ਉਹਨਾਂ ਦੇ ਉੱਤੇ ਸਾਂਡਰਸ ਦੀ ਮੌਤ ਦਾ ਔਰ ਹਵਲਦਾਰ ਚੰਨਣ ਸਿੰਘ ਦੀ ਮਰਡਰ ਦਾ ਕੇਸ ਉਹਨਾਂ ਦੇ ਚੱਲਦਾ। ਤੇ ਇਸ ਦੇ ਲਈ ਉਹ ਕੇਸ
ਕਾਫੀ ਲੰਬਾ ਚੱਲਦਾ, ਫਿਰ ਉਹ ਕੇਸ ਹਾਰ ਜਾਂਦੇ ਆ ਔਰ ਕੇਸ ਹਾਰਨ ਤੋਂ ਬਾਅਦ ਉਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ। ਹੁਣ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਕੁਝ ਹੋਇਆ ਇਹ ਉਸ ਦਾ ਪਿਛੋਕੜ ਹੈ। ਤੇ ਅੱਜ ਮੁੱਦਾ ਇਹ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਉਹਨੂੰ ਅੱਤਵਾਦੀ ਕਿਹਾ। ਤੇ ਸਭ ਤੋਂ ਪਹਿਲੀ ਗੱਲ ਇਹ ਅਗਰ ਇਹ ਸਵਾਲ ਹੈਗਾ ਕਿ ਬਈ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅੱਤਵਾਦੀ ਕਿਹਾ, ਕੀ ਇਹ ਸਹੀ ਹੈ ਕਿ ਗਲਤ ਹੈ, ਸਭ ਤੋਂ ਪਹਿਲੀ ਗੱਲ ਕਿ ਅਗਰ ਤੁਸੀਂ RTI ਪਾਓ ਔਰ ਇੰਡੀਅਨ ਗਵਰਨਮੈਂਟ ਨੂੰ ਇਹ ਪੁੱਛੋ ਕਿ ਬਈ ਭਗਤ ਸਿੰਘ ਕੀ ਸ਼ਹੀਦ ਹੈ ਜਾਂ ਅੱਤਵਾਦੀ ਹੈ, ਤਾਂ ਰਿਕਾਰਡ ਇਹ ਬੋਲਦੇ ਆ ਕਿ ਉਹ ਅੱਤਵਾਦੀ ਹੈ। ਔਰ ਬਹੁਤ ਸਾਰੇ ਸਕੂਲਾਂ ਵਿੱਚ, ਬਹੁਤ ਸਾਰੇ ਕਾਲਜਾਂ ਦੇ ਵਿੱਚ ਉਸ ਨੂੰ ਆਤੰਕਵਾਦੀ ਹੀ ਲਿਖਿਆ ਹੋਇਆ। ਕੁਝ ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਬਹੁਤ ਪਹਿਲਾਂ ਬਿਆਨ ਦਿੱਤਾ ਸੀਗਾ ਤੇ ਉਦੋਂ ਵੀ ਇਹਨਾਂ ਤੇ ਕੇਸ ਹੋਇਆ ਸੀਗਾ। ਕੇਸ 11 ਸਾਲ ਤੱਕ ਚੱਲਿਆ ਸੀਗਾ ਔਰ ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਕੇਸ ਜਿੱਤੇ ਸੀਗੇ, ਕਿਉਂਕਿ ਓਬਵੀਅਸ ਹੈ ਜਿਸ ਨੂੰ ਸਰਕਾਰ ਹੀ ਆਤੰਕਵਾਦੀ ਬੋਲ ਰਿਹਾ ਉਸ ਨੂੰ ਕਿਸੇ ਹੋਰ ਨੇ ਵੀ ਬੋਲਤਾ ਤੇ ਕਿਹੜੀ ਆਖਰ ਆ ਗਈ। ਤੇ ਪਹਿਲੀ ਚੀਜ਼ ਇਹ ਕਿ ਜੋ ਇਹ ਸਵਾਲ ਹੈ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਬੋਲ ਕੇ ਕੋਈ ਬਹੁਤ ਵੱਡਾ ਗੁਨਾਹ ਕਰਤਾ, ਉਹਨੂੰ ਤਾਂ ਸਰਕਾਰ ਅੱਤਵਾਦੀ ਬੋਲੀ ਜਾਂਦੀ ਹੈ। ਅੱਜ ਵੀ ਲਾਹੌਰ ਅਦਾਲਤ ਨੇ ਇਸ ਨੂੰ ਸਜ਼ਾ ਸੁਣਾਈ ਸੀਗੀ ਤੇ ਉਹ ਕੇਸ ਲਾਹੌਰ ਦੇ ਅੰਦਰ ਪਾਕਿਸਤਾਨ ਦੇ ਲੋਕਾਂ ਨੇ, ਜੋ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ, ਉਹਨਾਂ ਨੇ ਇਹ ਕੇਸ ਖੁਲਵਾਇਆ ਹੋਇਆ। ਕਈ ਸਾਲਾਂ ਤੋਂ ਇਹ ਕੇਸ ਚੱਲਦਾ ਪਿਆ ਕਿ ਭਗਤ ਸਿੰਘ ਦੇ ਉੱਤੋਂ ਇਹ ਅੱਤਵਾਦੀ ਦਾ ਟੈਗ ਜਿਹੜਾ ਇਹ ਹਟਾਇਆ ਜਾ ਸਕੇ, ਉਸ ਨੂੰ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਮਨਮੋਹਨ ਸਿੰਘ ਸਰਕਾਰ ਦੇ ਅੰਦਰ ਵੀ ਇਹ ਕੋਸ਼ਿਸ਼ਾਂ ਹੋਈਆਂ, ਲੇਕਿਨ ਲਾਹੌਰ ਦੇ ਅੰਦਰ ਅੱਜ ਵੀ ਇਹ ਕੇਸ ਚੱਲਦਾ ਪਿਆ। ਔਰ ਜਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਵੀ ਸਾਂਡਰਸ ਦਾ ਕੋਈ ਕਸੂਰ ਸੀ ਜਿਸ ਲਈ ਉਸ ਨੂੰ ਮਾਰਿਆ ਗਿਆ ਜਾਂ ਚੰਨਣ ਸਿੰਘ ਦਾ ਕੋਈ ਕਸੂਰ ਸੀਗਾ ਜਿਸ ਲਈ ਉਹਨੂੰ ਮਾਰਿਆ ਗਿਆ, ਤੇ ਇਹ ਕੇਸ ਚੱਲੀ ਜਾਏਗਾ ਤਾਂ ਤੱਕ ਭਗਤ ਸਿੰਘ ਸਰਕਾਰੀ ਰਿਕਾਰਡ ਦੇ ਵਿੱਚ ਅੱਤਵਾਦੀ ਹੈਗਾ। ਤੇ ਦੂਜੀ ਚੀਜ਼, ਇੱਕ ਸਵਾਲ ਇਹ ਵੀ ਹੈ ਕਿ ਹਿੰਦੁਸਤਾਨ ਦੇ ਕੋਲ ਦੋ ਵੱਡੇ ਲੀਡਰ ਹੈ, ਇੱਕ ਭਗਤ ਸਿੰਘ ਔਰ ਇੱਕ ਗਾਂਧੀ, ਕਿ ਬਸ ਇਹੀ ਲੀਡਰ ਹੈ। ਮੈਂ ਪੁੱਛਣਾ ਚਾਹਨਾ ਕਿ ਬਈ ਚੰਦਰ ਸ਼ੇਖਰ ਆਜ਼ਾਦ ਕਿੱਥੇ ਹੈ? ਉਹਦੀ ਕੁਰਬਾਨੀ ਕਿੱਥੇ ਹੈ? ਸੁਭਾਸ਼ ਚੰਦਰ ਬੋਸ ਕਿੱਥੇ ਹੈ? ਉਸ ਦੀ ਇੰਨੀ ਸਟਰਗਲ, ਇੰਨੀ ਕੁਰਬਾਨੀ ਉਹ ਕਿਹੜੇ ਖਾਤੇ 'ਚ ਗਈ? ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਕਿੱਥੇ ਹੈ? ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਜਿਨ੍ਹਾਂ ਨੇ ਸਭ ਸ਼ੁਰੂ ਕੀਤਾ, ਜੋ ਕਾਲੇ ਪਾਣੀ ਦੀ ਸਜ਼ਾਵਾਂ ਦੇ ਅੰਦਰ ਛੋਟੀ ਛੋਟੀ ਕਬੂਤਰਖਾਨੇ ਜਿਹਨਾਂ ਦੇ ਵਿੱਚ ਦਮ ਘੁੱਟ ਕੇ ਮਰ ਗਏ ਜਿਹੜੇ ਲੋਕ, ਉਹ ਲੋਕ ਸਿਰਫ ਦੋ ਲੋਕ ਹੀ ਕਿਉਂ? ਔਰ ਸਭ ਤੋਂ ਵੱਡੀ ਗੱਲ, ਭੀਮ ਰਾਓ ਅੰਬੇਡਕਰ ਸਾਹਿਬ ਕਿੱਥੇ ਹੈ? ਉਸ ਦਾ ਨਾਮ ਕਿਉਂ ਨਹੀਂ ਹੋਇਆ? ਭੀਮ ਰਾਓ ਅੰਬੇਡਕਰ ਸਾਹਿਬ ਜਿਸ ਨੇ ਦਲਿਤਾਂ ਦੇ ਲਈ ਆਵਾਜ਼ ਚੁੱਕੀ, ਦਲਿਤ ਜਿਹੜੇ ਪਿਛਲੇ 5000 ਸਾਲ ਤੋਂ ਦਬਾਏ ਕੁਚਲੇ ਜਾ ਰਹੇ, 5000 ਸਾਲ ਪਹਿਲਾਂ ਉਹਨਾਂ ਨੂੰ ਬੋਲ ਦਿੱਤਾ ਗਿਆ ਕਿ ਤੁਸੀਂ ਦਲਿਤ ਹੋ, ਤੁਹਾਡਾ ਜਨਮ ਗੂੰ ਚੁੱਕਣ ਲਈ ਬਣਿਆ ਹੋਇਆ। ਉਹ ਵਿਚਾਰੇ ਗੂੰ ਚੁੱਕਦੇ ਰਹੇ। ਇਹ ਬਹੁਤ ਸ਼ਰਮਨਾਕ ਗੱਲ ਹੈ। ਇਨਸਾਨ ਨੇ ਉਹ ਵੀ, ਮੈਂ ਆਪਣੀ ਅੱਖੀ ਵੇਖਿਆ ਹੋਇਆ ਕਿ ਉਹ ਪਹਿਲਾਂ, ਅੱਜ ਦੇ ਜਿਹੜੇ ਜਨਰੇਸ਼ਨ ਹੈਗੀ ਇਹਨੂੰ ਨਹੀਂ ਪਤਾ ਹੋਣੀ, ਪਹਿਲੀ ਜਿਹੜੀ ਜਨਰੇਸ਼ਨ ਹੁੰਦੀ ਸੀਗੀ ਉਹਨਾਂ ਨੂੰ ਪਤਾ ਹੈ ਇਹ ਵਾਲੀ ਗੱਲ। ਡੱਬੇ ਹੁੰਦੇ ਸੀਗੇ, ਗੂੰ ਨਾਲ ਭਰ ਜਾਂਦੇ ਸੀਗੇ ਤੇ ਉਹ ਡੱਬਾ ਉਹ ਚੁੱਕ ਕੇ ਉਹ ਲੋਕ ਸਿਰ ਤੇ ਟੋਕਰਾ ਗੂੰ ਦਾ ਭਰ ਕੇ ਲੈ ਕੇ ਜਾਂਦੇ ਹੁੰਦੇ ਸੀ ਘਰਾਂ ਤੋਂ। ਉਹਨਾਂ ਨੂੰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਆਵਾਜ਼ ਚੁੱਕੀ ਸੀ ਸਮਾਨਤਾ ਦੀ। ਉਸ ਤੋਂ ਬਾਅਦ ਪੂਰੇ ਇੰਡੀਆ ਲੈਵਲ ਦੇ ਵਿੱਚ ਭੀਮ ਰਾਓ ਅੰਬੇਡਕਰ ਸਾਹਿਬ ਨੇ ਆਵਾਜ਼ ਚੁੱਕੀ ਸੀ, ਲੇਕਿਨ ਉਸ ਦਾ ਨਾਮ ਹੀ ਨਹੀਂ ਕਿਤੇ। ਕਿਉਂ ਨਹੀਂ ਹੈ? ਕਿ ਉਹ ਵੱਡਾ ਲੀਡਰ ਨਹੀਂ ਹੈ? ਔਰ ਪੰਜਾਬ ਦੇ ਲਈ ਜਿੱਦਾਂ ਅਸੀਂ ਪ੍ਰੋਬਲਮ ਕੀ ਹੈਗੀ ਕਿ ਆਪਾਂ ਕਿੱਥੇ ਕੌਨਫਲਿਕਟ ਕਿੱਥੇ ਹੁੰਦਾ ਪਿਆ ਕਿ ਪੰਜਾਬ ਦਾ ਜਿਹੜਾ ਹੀਰੋ ਹੈ, ਹਰ ਕੌਮ ਦੇ ਹੀਰੋ ਹੁੰਦੇ ਆ, ਉਸ ਨੂੰ ਹੀਰੋ ਦੱਸੇ ਜਾਂਦੇ ਆ ਔਰ ਹੀਰੋ ਹੁੰਦੇ ਆ। ਪੰਜਾਬ ਨੂੰ ਜਿਹੜਾ ਪ੍ਰੋਬਲਮ ਹੈ ਕਿ ਭਗਤ ਸਿੰਘ ਸਾਡਾ ਹੀਰੋ ਨਹੀਂ ਹੈਗਾ। ਸਾਡਾ ਹੀਰੋ ਸ਼ਹੀਦ ਊਧਮ ਸਿੰਘ ਹੈ, ਸਾਡਾ ਹੀਰੋ ਕਰਤਾਰ ਸਿੰਘ ਸਰਾਭਾ ਹੈ। ਕਰਤਾਰ ਸਿੰਘ ਸਰਾਭਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੁੰਦਾ, ਜਿਸ ਦੇ ਬਾਰੇ ਪੜ੍ਹਿਆ ਜਾਵੇ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਸ਼ਹੀਦ ਊਧਮ ਸਿੰਘ ਜਿਹੜਾ ਜਲਿਆਂਵਾਲੇ ਬਾਗ ਦੀ ਮਿੱਟੀ ਦੇ ਵਿੱਚ ਖੂਨ ਜਦੋਂ ਡੋਲਿਆ ਗਿਆ ਬੇਗੁਨਾਹਾਂ ਦਾ, ਸੈਂਕੜੋ ਬੇਗੁਨਾਹਾਂ ਦਾ, ਉਹਦੀ ਸਹੁੰ ਖਾਂਦਾ ਤੇ 21 ਸਾਲ ਪਿੱਛਾ ਕਰਨ ਤੋਂ ਬਾਅਦ
ਉਸ ਨੂੰ ਗੋਰੇ ਨੂੰ ਜਾ ਕੇ ਮਾਰਦਾ ਕੌਕਸਟਨ ਹਾਲ ਦੇ ਵਿੱਚ, ਇੰਗਲੈਂਡ ਦੇ ਵਿੱਚ, ਔਰ ਉਹ ਪਿੱਛੇ ਨਹੀਂ ਹਟਦਾ। ਉਹ ਕਿਸੇ ਗੱਲ ਤੋਂ ਇਹ ਨਹੀਂ ਕਹਿੰਦਾ। ਉਸਦੇ ਸਾਥੀਆਂ ਨੇ ਬੋਲਿਆ ਕਿ ਤੂੰ ਇਹ ਕਹਿ ਦੇ ਕਿ ਮੈਂ ਮੈਂਟਲੀ ਡਿਸਟਰਬ ਸੀਗਾ, ਇਸ ਲਈ ਮੈਨੂੰ ਮਾਰ ਦਿੱਤਾ। ਕਹਿੰਦਾ ਨਹੀਂ, ਅਸੀਂ ਆਪਣੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ। ਸ਼ਹੀਦ ਉਹ ਹੁੰਦਾ ਜੋ ਮੌਤ ਨੂੰ ਚੁਣਦਾ। ਸਾਨੂੰ ਪੰਜਾਬ ਨੂੰ ਭਗਤ ਸਿੰਘ ਤੋਂ ਇਹ ਵੀ ਦਿੱਕਤ ਹੈ ਕਿ ਉਸ ਨੂੰ ਸ਼ਹੀਦ ਆਜ਼ਮ ਬੋਲਿਆ ਜਾਂਦਾ। ਸਿੱਖਾਂ ਦੇ ਵਿੱਚ ਸਾਡੇ ਪੰਜਵੇਂ ਗੁਰੂ ਹੈਗੇ ਆ, ਉਹ ਸ਼ਹੀਦ ਆਜ਼ਮ ਸੀਗੇ। ਇੱਕ ਮੈਨੂੰ ਇਹ ਬੋਲ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਕਿ ਸਿੱਖਾਂ ਨੂੰ ਕੀ ਤਕਲੀਫ ਹੈ, ਕਿ ਬਈ ਉਹਨਾਂ ਨੂੰ ਤੇ ਕ੍ਰੈਡਿਟ ਮਿਲ ਹੀ ਰਿਹਾ। ਲੋਕੀ ਤੇ ਆਹੀ ਸੋਚਦੇ ਆ ਕਿ ਯਾਰ ਸਿੱਖਾਂ ਨੇ ਕੀਤਾ, ਭਗਤ ਸਿੰਘ ਇੱਕ ਸਿੱਖ ਸੀਗਾ। ਦੇਖੋ, ਪਹਿਲੀ ਚੀਜ਼ ਭਗਤ ਸਿੰਘ ਦੀ ਜਿਹੜੀ ਉਹਦੀ ਕੁਰਬਾਨੀ, ਉਸਦਾ ਜੋ ਕੁਝ ਕੀਤਾ, ਉਸ ਤੋਂ ਆਪਾਂ ਮੁਨਕਰ ਨਹੀਂ ਹੁੰਦੇ। ਉਹ ਠੀਕ ਹੈ, ਉਸਨੇ ਦੇਸ਼ ਦੇ ਲਈ ਕੀਤਾ, ਦੇਸ਼ ਦੇ ਲੋਕਾਂ ਨੂੰ ਮੋਟੀਵੇਟ ਕੀਤਾ, ਉਸਦੀ ਕੁਰਬਾਨੀ ਨੇ ਮੋਟੀਵੇਟ ਕੀਤਾ, ਉਹ ਬਿਲਕੁਲ ਸਹੀ ਹੈ। ਲੇਕਿਨ 1980 ਤੱਕ ਭਗਤ ਸਿੰਘ ਦਾ ਕੋਈ ਇੰਨਾ ਜ਼ਿਆਦਾ ਨਾਮ ਨਹੀਂ ਹੁੰਦਾ ਸੀਗਾ। ਜਦੋਂ ਪੰਜਾਬ ਦੇ ਅੰਦਰ ਸਨ ਜਰਨੈਲ ਸਿੰਘ ਭਿੰਡਰਾਂ ਵਾਲੇ ਬਹੁਤ ਵੱਡੇ ਹੀਰੋ ਬਣ ਕੇ ਆ ਗਏ ਸਾਹਮਣੇ, ਬਹੁਤ ਸਾਰੇ ਮੁੰਡਿਆਂ ਨੇ, ਮੇਰੇ ਵਰਗੇ ਕੋਨੇ ਮੋਨਿਆਂ ਨੇ ਵੀ ਬਾਲ ਰੱਖ ਲਏ, ਦਾੜੀਆਂ ਰੱਖ ਲਈਆਂ, ਅੰਮ੍ਰਿਤ ਛਕ ਲਏ। ਇਹ ਆਮ ਹੋ ਗਿਆ ਉੱਥੇ, ਤੇ ਉਹਨਾਂ ਨੂੰ ਪੰਜਾਬ ਦਾ ਇੱਕ ਦੂਸਰਾ ਹੀਰੋ ਬਣਾ ਕੇ ਸਾਹਮਣੇ ਦੇ ਦਿੱਤਾ ਗਿਆ, ਭਗਤ ਸਿੰਘ। ਪੰਜਾਬ ਨੂੰ, ਸਿੱਖਾਂ ਨੂੰ ਦੂਸਰੇ ਹੀਰੋ ਦੀ ਲੋੜ ਨਹੀਂ। ਸਾਡੇ ਕੋਲ ਹੀਰੋ ਬਹੁਤ ਹੈਗੇ, ਸਾਡੇ ਕੋਲ ਯੋਧਿਆਂ ਦੀ ਕਮੀ ਨਹੀਂ ਹੈਗੀ। ਊਧਮ ਸਿੰਘ ਹਰ ਤਰਫੋਂ ਦੀ ਉਹ ਹੀਰੋ ਹੈ, ਸਿਧਾਂਤਿਕ ਤੌਰ ਤੇ ਵੀ ਉਹ ਹੀਰੋ ਹੈ। ਕਰਤਾਰ ਸਿੰਘ ਸਰਾਭਾ, ਹਰੀ ਸਿੰਘ ਨਲੂਆ, ਜੋਰਾਵਰ ਸਿੰਘ, ਬਾਬਾ ਦੀਪ ਸਿੰਘ, ਭਰਿਆ ਪਿਆ ਇਤਿਹਾਸ, ਬੰਦਾ ਸਿੰਘ ਬਹਾਦਰ। ਸਾਨੂੰ ਕਿਸੇ ਹੋਰ ਨੂੰ ਜੋ ਹੈ ਹੀ ਨਹੀਂ, ਇਹਨੂੰ ਦੇਖੋ, ਇੱਦਾਂ ਮੰਨ ਲਓ ਕਿ ਕੋਈ ਅਗਰ ਸ਼ਰਮਾ ਹੋਵੇ ਤੇ ਫੇਸਬੁੱਕ ਤੇ ਆ ਕੇ ਬੋਲਦਾ ਹੋਏ ਕਿ ਬਈ ਮੈਂ ਤੇ ਗਾਂ ਖਾਨਾ, ਔਰ ਜਿਹੜੇ ਲੋਕ ਗਾਂ ਨਹੀਂ ਖਾਂਦੇ ਉਹ ਤਾਂ ਬੇਵਕੂਫ ਲੋਕ ਹੁੰਦੇ ਆ। ਸਾਰੀ ਦੁਨੀਆ ਗਾਂ ਖਾਂਦੀ ਹੈ, ਮੈਂ ਵੀ ਖਾਨਾ, ਬਹੁਤ ਸਵਾਦ ਹੁੰਦੀ ਹੈ, ਖਾਇਆ ਕਰੋ। ਤੇ ਕੀ ਹਿੰਦੂ ਉਸ ਨੂੰ ਬਰਦਾਸ਼ਤ ਕਰਨਗੇ? ਬਿਲਕੁਲ ਨਹੀਂ ਕਰਨਗੇ, ਸ਼ਾਇਦ ਉਹਨੂੰ ਗੋਲੀ ਮਾਰ ਦੇਣਗੇ। ਸੇਮ ਇਹੀ ਸਮੱਸਿਆ ਹੈ ਉਸਦੇ। ਉਹ ਭਗਤ ਸਿੰਘ ਜਿਹੜਾ ਹੈ ਉਹ ਸਿੰਘ ਹੈ, ਲੇਕਿਨ ਸਿੱਖ ਨਹੀਂ ਹੈ ਉਹ। ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਜਿਹੜਾ ਸਾਡਾ ਹੈ ਹੀ ਨਹੀਂ, ਅਸੀਂ ਉਹਨੂੰ ਕਿਉਂ ਲਈਏ? ਜੇ ਅਸੀਂ ਉਹਨੂੰ ਆਪਣਾ ਹੀਰੋ ਦੱਸਦੇ ਹਾਂ, ਕੱਲ੍ਹ ਨੂੰ ਜਨਰੇਸ਼ਨ ਉਹਦੇ ਬਾਰੇ ਪੜ੍ਹਦੀ ਹੈ ਤਾਂ ਉਹ ਸੋਚੇਗੀ ਯਾਰ ਇਹ ਤਾਂ ਤੁਸੀਂ ਇੰਨਾ ਵੱਡਾ ਇਹਦੇ ਬਾਰੇ ਲਿਖਿਆ ਹੋਇਆ ਹੈਗਾ ਹੈ ਨਹੀਂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੌਨਫਲਿਕਟ 'ਚ ਹੈਗੀਆਂ, ਆਪਾਂ ਉਹਦੇ ਉੱਤੇ ਨਹੀਂ ਜਾਂਦੇ ਕਿ ਵੀ ਇਹ ਹੈ ਨਹੀਂ। ਫਿਰ ਉਹ ਭਗਤ ਸਿੰਘ ਦੀ ਵਜ੍ਹਾ ਨਾਲ ਬਾਕੀ ਜਿਹੜੇ ਯੋਧੇ ਨੇ ਪੰਜਾਬ ਦੇ, ਉਹਨਾਂ ਬਾਰੇ ਵੀ ਸੋਚਣਗੇ ਇਹ ਵੀ ਇੱਦਾਂ ਹੀ ਬਣਾਤੇ ਹੋਣੇ। ਇਹ ਸਭ ਤੋਂ ਵੱਡੀ ਦਿੱਕਤ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਭਗਤ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਲੀਡਰ ਹੋ ਸਕਦਾ, ਬਣਾਇਆ ਜਾਵੇ, ਹੀਰੋ ਹੋ ਸਕਦਾ, ਬਣਾਇਆ ਜਾਵੇ, ਲੇਕਿਨ ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਸਿੱਖਾਂ ਦਾ ਹੀਰੋ ਨਹੀਂ ਹੈਗਾ।